ਵੀ ਉਡਾਓ ਤੇ ਇਹ ਬੜੀ ਅੱਛੀ ਇੱਕ ਤਰਜ਼ ਹੈਗੀ, ਬੜਾ ਅੱਛਾ ਇੱਕ ਤਰੀਕਾਕਾਰ ਹੈਗਾ ਕਿ ਦੋਸਤਾਂ ਨੂੰ ਅੱਛੀਆਂ ਛੱਤਾਂ ਨੂੰ ਗਿਫਟ ਕਰਦੇ ਨੇ। ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਕਬੂਤਰ ਉੱਡਦੇ ਨੇ, ਜਦੋਂ ਉਸਤਾਦ ਲੋਕ ਨਾਂ ਲੈਂਦੇ ਨੇ ਜੀ ਇਹ ਵੀ ਫਲਾਂ ਘਰ ਦਾ ਬੱਚਾ ਬੜਾ ਅੱਛਾ ਉੱਡਿਆ, ਤੇ ਉਹ ਇਹਨਾਂ ਨਾਲ ਹੀ ਖੁਸ਼ ਹੋ ਜਾਂਦੇ ਨੇ, ਫੁੱਲੇ ਨਹੀਂ ਸਮਾਉਂਦੇ ਕਿ ਵੀ ਸਾਡੇ ਦੇ ਘਰ ਦਾ ਬੱਚਾ ਉੱਡਿਆ ਔਰ ਬੜਾ ਮਜ਼ਾ ਕਰਾਤਾ ਉਹ। ਅੱਛਾ, ਨੈਕਸਟ ਲੋ ਦੋਸਤੋ, ਅੱਜ ਤੁਹਾਨੂੰ ਇੱਕ ਤਸੱਲੀ ਬਖਸ਼ ਜਵਾਬ ਬਾਹਰੋਂ ਰੋਟੀ ਖਾਣ ਵਾਲਾ ਉਸਤਾਦ ਹੋਰਾਂ ਨੇ ਦਿੱਤਾ ਕਿ ਉਸਤਾਦ ਔਰ ਇੱਕ ਅੱਛਾ ਬਲੱਡ ਤੁਹਾਡੇ ਕੋਲ ਤਿਆਰ ਹੋ ਸਕੇ। ਉਸਤਾਦ ਜੀ, ਅਸੂ 'ਚ ਬੱਚੇ ਗਜਾਣਾ ਬਿਗੈਸਟ ਚੈਲੰਜ ਇੱਕ ਹੁੰਦਾ ਲੋਕਾਂ ਵਾਸਤੇ, ਠੀਕ ਹੈ। ਚੰਦ ਇੱਕ ਗੱਲਾਂ, ਚੰਦ ਇੱਕ ਟਿਪਸ ਕਿਵੇਂ ਬਿਹਤਰ ਸਿਖਾ ਸਕਦੇ ਨੇ ਆਪਣੇ ਬੱਚਿਆਂ ਨੂੰ? ਹਰ ਛੱਤ ਦੇ ਉੱਤੇ ਬੜੇ ਬੜੇ ਨਾਮੀ ਗ੍ਰਾਮੀ ਬੱਚੇ ਨੇ ਔਰ ਬੜੇ ਬੜੇ ਨਾਮੀ ਗ੍ਰਾਮੀ ਉਸਤਾਦ ਹੈਗੇ ਨੇ। ਉਹ ਅਗਰ ਮੈਂ ਕਹਾਂ ਕਿ ਇਸ ਤਰ੍ਹਾਂ ਉਡਾਓ ਤੇ ਉਹ ਕਹਿਣਗੇ ਯਾਰ ਨਹੀਂ ਸਾਡਾ ਇੱਕ ਆਪਣਾ ਸਟਾਈਲ ਹੈਗਾ। ਹਰ ਬੰਦੇ ਦਾ ਇੱਕ ਆਪਣਾ ਸਟਾਈਲ ਹੈ ਕਬੂਤਰਬਾਜ਼ੀ ਦਾ, ਔਰ ਉਹਨੂੰ ਉਹਦੇ ਤੇ ਆਪਣੇ ਆਪ ਤੇ ਖੁਦ ਨਜ਼ਰਸਾਨੀ ਕਰਨੀ ਚਾਹੀਦੀ ਅਗਰ ਕੋਈ ਉਹਦੇ 'ਚ ਵੀਕ ਪੁਆਇੰਟ। ਜੀ ਦੋਸਤੋ, ਸਿਆਲਕੋਟੀ ਪਿਜਨ ਲਵਰ ਜਿੱਥੋਂ ਵੀ ਵੇਖ ਰਹੇ ਹੋ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਪੂਰੀ ਦੁਨੀਆ, ਸਭ ਭਰਾਵਾਂ ਨੂੰ ਹੱਥ ਚੁੱਕ ਕੇ ਸਲਾਮ, ਵੈਲਕਮ, ਖੁਸ਼ ਆਮਦੀਦ ਕਹਿੰਦੇ ਹਾਂ। ਮੈਂ ਤੁਹਾਡਾ ਵੀਰ ਮੋਹਸਨ ਰਹਿਮਾਨ। ਦੋਸਤੋ, ਅੱਜ ਮੌਜੂਦ ਹਾਂ ਉਸਤਾਦ ਮੁਹਤਰਮ ਉਸਤਾਦ ਗੁਲਜ਼ਾਰ ਸਾਹਿਬ ਆਫ ਸਿਆਲਕੋਟ ਅਲਮਰੂਫ ਸਊਦੀਆ ਵਾਲੇ, ਉਹਨਾਂ ਦੀ ਛੱਤ 'ਤੇ ਮੌਜੂਦ ਹਾਂ। ਦੋਸਤੋ, ਉਸਤਾਦ ਮੌਜੂਦ ਨੇ, ਉਸਤਾਦਾਂ ਕੋ ਕੁਛ ਖੁਦ ਸਿੱਖੀ ਦਾ, ਕੁਛ ਕੋਸ਼ਿਸ਼ ਕਰੀ ਦੀ ਨੌਲੇਜ ਲੈ ਕੇ ਤੁਹਾਡੇ ਤੱਕ ਵੀ ਕਨਵੇ ਕਰ ਦਿੱਤਾ ਜਾਏ। ਸੀਜ਼ਨ ਬਿਲਕੁਲ ਸਿਰ 'ਤੇ ਨੇ, 2 ਮਹੀਨੇ ਔਖੇ ਸੌਖੇ ਕੱਢੋਗੇ ਤੇ ਤੁਹਾਡੇ ਅੱਗੇ ਅਸੂ ਆ ਰਿਹਾ, ਠੀਕ ਹੈ। ਤੇ ਉਸਤਾਦ ਹੋਰਾਂ ਦੀ ਮੌਜੂਦਗੀ ਦਾ ਫਾਇਦਾ ਚੁੱਕ ਕੇ ਉਸਤਾਦ ਹੋਰਾਂ ਕੋਲ ਚੰਦ ਗੱਲਾਂ ਅਸੂ ਦੇ ਨਾਲ ਰਿਲੇਟਡ ਕਰਨੇ, ਤੇ ਉਮੀਦ ਹੈ ਕਿ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੀਆਂ। ਵੀਡੀਓ ਨੂੰ ਐਂਡ ਤੱਕ ਦੇਖੋ ਜੀ। ਅਸਲਾਮ ਵਾਲੇਕੁਮ ਉਸਤਾਦ ਜੀ। ਵਾਲੇਕੁਮ ਸਲਾਮ ਸਰ, ਕੀ ਹਾਲ ਨੇ? ਕਰੀਏ ਉਸਤਾਦ ਜੀ, ਆਸਾਨ ਲਫ਼ਜ਼ਾਂ 'ਚ ਤੁਸੀਂ ਤੇ ਸਊਦੀਆ ਕਬੂਤਰ ਵਡਾਏ, ਠੀਕ ਹੈ, ਇੱਕ ਨਾਮ ਬਣਾਇਆ, ਅੱਲਾ ਦੀ ਜ਼ਾਤ ਨੇ ਇੱਕ ਇੱਜ਼ਤ ਦਿੱਤੀ। ਉਸਤਾਦ ਜੀ, ਵਾਟ ਇਜ਼ ਅਸੂ ਦੀ ਕਬੂਤਰਬਾਜ਼ੀ? ਆਪਣੇ ਅਲਫਾਜ਼ 'ਚ ਜ਼ਰਾ ਦੱਸੋ। ਦੇਖੋ ਜੀ, ਹਰ ਸੀਜ਼ਨ ਹੀ ਜਿਹੜਾ ਨਾ, ਜਦੋਂ ਬੰਦਾ ਮੈਦਾਨ 'ਚ ਆਉਂਦਾ ਤੇ ਹਰ ਸੀਜ਼ਨ, ਹਰ ਜਗ੍ਹਾ, ਹਰ ਸ਼ਹਿਰ, ਹਰ ਮੁਲਕ ਆਪਣਾ ਆਪਣਾ ਟੈਂਪਰੇਚਰ ਹੈਗਾ ਔਰ ਆਪਣੀ ਆਪਣੀ ਉਸਤਾਦੀ ਹੈਗੀ। ਹਰ ਬੰਦਾ ਜਿਹੜਾ ਮਿਹਨਤ ਕਰੇਗਾ ਉਹ ਹੀ ਜਿੱਤੇਗਾ, ਚਾਹੇ ਜੈਸਾ ਵੀ ਮੌਸਮ ਹੋਵੇ। ਤੇ ਜਿਨ੍ਹਾਂ ਨੇ ਹੁਣ ਤਿਆਰੀ ਕਰਨੀ ਆ ਉਹ ਉਡਾਣੇ ਨੇ ਕਬੂਤਰ, ਉਹਨਾਂ ਨੇ ਤਿਆਰੀ ਸ਼ੁਰੂ ਕਰ ਲਈ। ਤੇ ਮਿਹਨਤ ਕਰੋ, ਮਿਹਨਤ ਕਰਕੇ ਆਪਣਾ ਨਾਮ ਕਮਾਓ। ਉਸਤਾਦ ਜੀ, ਉਹੀ ਤਿਆਰੀ ਜਿਹੜੀ ਤੁਸੀਂ ਦੱਸਿਆ ਸ਼ੁਰੂ ਕਰ ਲਈ। ਹੁਣ ਮੇਰੇ ਵੀ ਦੋਸਤ ਨੇ ਜਿਨ੍ਹਾਂ ਨੂੰ ਉਸ ਤਿਆਰੀ ਦਾ ਨੌਲੇਜ ਨਹੀਂ, ਕੀ ਤਿਆਰੀ ਸ਼ੁਰੂ ਕਰ ਲਈ, ਕਿਸ ਤਰ੍ਹਾਂ ਅਸੂ ਦੀ ਤਿਆਰੀ ਹੋਣੀ ਚਾਹੀਦੀ? ਦੇਖੋ ਜੀ, ਗੱਲ ਇਹ ਹੈ ਕਿ ਤਰੀਕਾਕਾਰ ਤੇ ਕੋਈ ਵੀ ਮੌਸਮ ਹੋਏ ਉਹਦਾ ਕਬੂਤਰਬਾਜ਼ੀ ਦੀ ਤਿਆਰੀ ਦਾ ਤੇ ਸਟਾਈਲ ਇੱਕੋ ਹੀ ਹੈਗਾ ਕਿ ਬੱਚੇ ਗਜਾਣਾ, ਪੱਠੀਆਂ ਪੱਠੇ ਗਜਾਣਾ, ਵੱਡੇ ਕਬੂਤਰ ਗਜਾਣਾ ਜਾਂ ਉੱਡੇ ਹੋਏ ਕਬੂਤਰਾਂ ਨੂੰ ਸਾਂਭ ਕੇ ਉਡਾਉਣਾ। ਉਹ ਜਿਹੜੇ ਕਬੂਤਰਬਾਜ਼ੀ ਜਿਨ੍ਹਾਂ ਅੱਛੀਆਂ ਛੱਤਾਂ ਨੇ, ਜਿਨ੍ਹਾਂ ਨੇ ਨਾਮ ਕਮਾਏ ਨੇ, ਬਹੁਤ ਅੱਛੇ ਜਿਹੜੇ ਨੇ ਨਾ। ਐਤਕਾਂ ਬੜਾ ਦਿਲ ਖੁਸ਼ ਹੋਇਆ ਕਿ ਸਾਡੇ ਪਾਕਿਸਤਾਨ ਦੇ ਵਿੱਚ ਬੜੀ ਅੱਛੀ ਕਬੂਤਰਬਾਜ਼ੀ ਹੋਈ ਹੈ ਔਰ ਬੜੀਆਂ ਸੈਂਚਰੀਆਂ ਵੱਜੀਆਂ ਨੇ ਔਰ ਬਹੁਤ ਸਾਰੇ ਬੱਚਿਆਂ ਨੇ ਔਰ ਜਵਾਨਾਂ ਨੇ ਔਰ ਨਾਮਵਰ ਉਸਤਾਦਾਂ ਨੇ ਬੜੇ ਅੱਛੇ ਘੰਟੇ ਬਣਾਏ ਨੇ ਔਰ ਬੜੇ ਅੱਛੇ ਜਿਹੜੇ ਨਾ ਉਹ ਰਿਜ਼ਲਟ ਦਿੱਤੇ ਨੇ ਔਰ ਇਹਦੀ ਜਨਾਬ ਸਾਰਿਆਂ ਨੂੰ ਬੜੀ ਸਾਰੀ ਮੁਬਾਰਕਬਾਦ ਹੈਗੀ ਹੈ। ਔਰ ਜਿਹੜੀ ਹੁਣ ਤਿਆਰੀ ਹੈਗੀ ਅਸੂ ਦੀ, ਉਹਦੇ ਵਾਸਤੇ ਮੈਂ ਹੀ ਕਹਾਂਗਾ ਕਿ ਮਿਹਨਤ ਕਰੋ, ਅੱਛੇ ਕਬੂਤਰ ਉਡਾਓ, ਉਹਨਾਂ ਨੂੰ ਸੰਭਾਲ ਕੇ ਉਡਾਓ ਔਰ ਇਸ ਤਰ੍ਹਾਂ ਦੇ ਕਬੂਤਰ ਉਡਾਓ ਕਿ ਜਿਹੜੇ ਤੁਹਾਨੂੰ ਪਤਾ ਹੈ ਕਿ ਬਈ ਜਿਹੜਾ ਨਾ ਉਹ ਅਸੀਂ ਰਿਜ਼ਲਟ ਲੈਣਾ ਇਹਨਾਂ ਕੋਲੋਂ ਕੰਮ ਲੈਣਾ। ਜਿਹੜੇ ਨਾਮੀ ਗ੍ਰਾਮੀ ਆ ਤੁਹਾਡੇ ਜੋੜੇ ਹੈਗੇ ਨੇ, ਉਹਨਾਂ ਦੇ ਬੱਚੇ ਸੰਭਾਲ ਕੇ ਉਡਾਓ। ਇਨਸ਼ਾਅੱਲਾ ਸੀਜ਼ਨ ਤੱਕ ਬੱਚੇ ਤਿਆਰ ਹੋ ਜਾਣਗੇ, ਪੱਠੀਆਂ ਪੱਠੇ ਤਿਆਰ ਹੋ ਜਾਣਗੇ ਤੇ ਅੱਲਾ ਦਾ ਨਾਮ ਲੈ ਕੇ ਉਡਾਓ। ਉਸਤਾਦ ਜੀ, ਇਹ ਤੁਹਾਡੀ ਗੱਲ ਦੇ ਵਿੱਚੋਂ ਇੱਕ ਦੋ ਸਵਾਲ ਨਿਕਲਿਆ ਕਿ ਪੱਠੀਆਂ ਪੱਠੇ ਬਣਾਓ, ਬੱਚੇ ਬਣਾਓ ਘਰ ਦੇ, ਕੁਛ ਵੀ ਹੈ ਜਾਂ ਬਾਹਰੋਂ ਲਏ ਨੇ ਜਿੰਜ ਵੀ। ਉਸਤਾਦ ਜੀ, ਇੱਕ ਤੇ ਇਹ ਗੱਲ ਕਿ ਬੜੇ ਬੜੇ ਫੇਮਸ ਉਸਤਾਦ, ਮੈਂ ਕਿਸੇ ਨੂੰ ਵੀ ਗੰਦਾ ਨਹੀਂ ਕਰਾਂਗਾ, ਸਭ ਕਾਬਲੇ ਇਹਤਰਾਮ ਨੇ, ਬਿਲਕੁਲ ਇਹ ਤਾਂ ਨਹੀਂ ਨਾ ਕਿ ਇੱਕ ਉਸਤਾਦ ਦੇ ਕੱਛ 'ਚ ਬੈਠੇ ਹੋ ਦੂਜਿਆਂ ਨੂੰ ਭੈੜੇ ਕਹਿੰਦੇ। ਨਹੀਂ, ਹਰ ਦੁਨੀਆ ਬਿਹਤਰ ਤੋਂ ਬਿਹਤਰ। ਉਸਤਾਦ ਜੀ, ਕਿਉਂ ਵੱਡੇ ਤੋਂ ਵੱਡੇ ਉਸਤਾਦ ਵੀ ਬਾਹਰੋਂ ਬੱਚੇ ਲਿਆ ਕੇ ਛੱਡਦੇ ਨੇ? ਦੇਖੋ, ਇਹ ਤੇ ਇੱਕ ਟੇਸਟ ਹੈਗਾ। ਜਿਸ ਤਰ੍ਹਾਂ ਘਰ ਰੋਟੀ ਪੱਕਦੀ ਹੈ ਤੇ ਬਾਹਰੋਂ ਵੀ ਖਾਣ ਦਾ ਦਿਲ ਕਰਦਾ। ਤੇ ਇਸ ਤਰ੍ਹਾਂ ਹੀ ਹਰ ਬੰਦੇ ਦੇ ਤਾਲੁਕਾਤ ਨੇ, ਦੋਸਤ ਨੇ
ਦੋਸਤ ਇੱਕ ਦੂਸਰੇ ਦੋਸਤਾਂ ਨੂੰ ਉਸਤਾਦਾਂ ਨੂੰ ਗਿਫਟ ਭੇਜਦੇ ਨੇ ਕਿ ਲਓ ਵੀ ਇਹ ਸਾਡੇ ਘਰ ਦੇ ਅੱਛੇ ਜੋੜੇ ਨੇ, ਤੁਸੀਂ ਵੀ ਉਡਾਓ। ਤੇ ਇਹ ਬੜੀ ਅੱਛੀ ਇੱਕ ਤਰਜ਼ ਹੈਗੀ, ਬੜਾ ਅੱਛਾ ਇੱਕ ਤਰੀਕਾਕਾਰ ਹੈਗਾ ਕਿ ਦੋਸਤਾਂ ਨੂੰ ਅੱਛੀਆਂ ਛੱਤਾਂ ਨੂੰ ਗਿਫਟ ਕਰਦੇ ਨੇ। ਔਰ ਉਹ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਕਬੂਤਰ ਉੱਡਦੇ ਨੇ, ਜਦੋਂ ਉਸਤਾਦ ਲੋਕ ਨਾਂ ਲੈਂਦੇ ਨੇ ਜੀ ਇਹ ਵੀ ਫਲਾਂ ਘਰ ਦਾ ਬੱਚਾ ਬੜਾ ਅੱਛਾ ਉੱਡਿਆ, ਤੇ ਉਹ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਨੇ, ਫੁੱਲੇ ਨਹੀਂ ਸਮਾਉਂਦੇ ਕਿ ਵੀ ਸਾਡੇ ਦੇ ਘਰ ਦਾ ਬੱਚਾ ਉੱਡਿਆ, ਔਰ ਬੜਾ ਮਜ਼ਾ ਕਰਾਤਾ ਉਹ। ਅੱਛਾ, ਨੈਕਸਟ ਲੋ ਦੋਸਤੋ, ਅੱਜ ਤੁਹਾਨੂੰ ਇੱਕ ਤਸੱਲੀ ਬਖਸ਼ ਜਵਾਬ ਬਾਹਰੋਂ ਰੋਟੀ ਖਾਣ ਵਾਲਾ ਉਸਤਾਦ ਹੋਰਾਂ ਨੇ ਦਿੱਤਾ ਕਿ ਉਸਤਾਦ ਬਾਹਰੋਂ ਬੱਚੇ ਕਿਉਂ ਛੱਡਦੇ ਨੇ। ਉਸਤਾਦ ਜੀ, ਬਾਹਰੋਂ ਬੱਚੇ ਲੈ ਕੇ ਛੱਡ ਲੈਣਾ ਅੱਸੂ ਦੇ ਸੀਜ਼ਨ ਦੇ ਮੁਤਾਬਕ ਤੁਸੀਂ ਉਹ ਬਿਹਤਰ ਸਮਝਦੇ ਹੋ, ਜਾਂ ਬਾਹਰੋਂ ਪੱਠੀਆਂ ਪੱਠੇ ਲੈ ਕੇ ਛੱਡ ਲੈਣਾ ਉਹ ਬਿਹਤਰ ਸਮਝਦੇ ਹੋ, ਜਾਂ ਬਾਹਰੋਂ ਵੱਡੇ ਕਬੂਤਰ ਲੈ ਕੇ ਛੱਡ ਲੈਣਾ, ਜਾਂ ਚੌਥੇ ਨੰਬਰ ਤੇ ਕਿਸੇ ਕੋਲੋਂ ਫੜਤ ਇਕੱਠੀ ਦੀ ਇਕੱਠੀ ਲੈ ਕੇ ਉਹ ਛੱਡ ਲੈਣਾ? ਨੰਬਰ 1 ਤੁਸੀਂ ਮੈਂ ਇਹ ਸਮਝਾਂਗਾ ਕਿ ਜਿਹੜਾ ਸੀਜ਼ਨ ਹੁਣ ਹੈਗਾ, ਇਹ ਸੀਜ਼ਨ ਵਿੱਚ ਜਿਹੜੇ 6 7 8 ਕਲੀ ਦੇ ਪੱਠੀਆਂ ਪੱਠੇ ਨੇ ਨਾ, 5 6 ਕਲੀ ਦੇ ਬੱਚੇ ਪੱਠੀਆਂ ਪੱਠੇ ਨੇ ਨਾ, ਉਹਨਾਂ ਨੂੰ ਮੈਂ ਜ਼ਿਆਦਾ ਤਰਜੀਹ ਦਿਆਂਗਾ ਇਸ ਵਾਸਤੇ ਕਿ 2 3 ਕਲੀ ਤੱਕ 4 ਕਲੀ ਤੱਕ ਜਿਹੜੇ ਨਾ ਹੋਰ 8ਵੀਂ 9ਵੀਂ ਕਲੀ ਤੱਕ ਜਿਸ ਵਕਤ ਜਾਣਗੇ ਨਾ, ਉਨੀ ਦੇਰ ਤੱਕ ਉਹ ਆਪਣਾ ਖੁੱਲ੍ਹ ਖੁਲਾ ਦੱਸ ਦੇਣਗੇ ਕਿ ਅਸੀਂ ਬਿਹਤਰ ਹਾਂ, ਅਸੀਂ ਕੈਸਾ ਸਾਡਾ ਰੱਦੇ ਅਮਲ ਹੈਗਾ, ਅਸੀਂ ਮੈਦਾਨ 'ਚ ਖਲੋਣਾ ਲਿਆ ਆਵਾਂ ਕਿ ਨਹੀਂ। ਫਿਰ ਉਹਨਾਂ ਦੇ ਮੁਤਾਬਕ ਜਿਹੜਾ ਨਾ ਕੋਈ ਤਿਆਰੀ ਕੀਤੀ ਜਾਏ ਉਹਨਾਂ ਦੀ। ਪਰ ਇਹ ਵੀ ਕਿ ਹਰ ਉਸਤਾਦ ਦਾ ਇੱਕ ਆਪਣਾ ਸਟਾਈਲ ਹੈਗਾ, ਆਪਣੇ ਆਪਣੇ ਕਬੂਤਰਾਂ ਦੇ ਹਿਸਾਬ 'ਤੇ ਹਰ ਕੋਈ ਮਾਸਟਰ ਹੈਗਾ। ਜਿਸ ਤਰ੍ਹਾਂ ਜੀ ਇਹ ਚੀਜ਼ਾਂ ਚਾਰੇ ਹੀ ਠੀਕ ਨੇ, ਬਾਹਰੋਂ ਬੱਚੇ, ਘਰ ਵਾਲੇ ਬੱਚੇ, ਵੱਡੇ ਕਬੂਤਰ ਔਰ ਫੜਤ ਦੇ ਕਬੂਤਰ, ਇਹਨਾਂ 'ਚੋਂ ਤੁਸੀਂ ਨੰਬਰ 1 ਕਿਹਨੂੰ ਕਹੋਗੇ? ਮੈਂ ਨੰਬਰ 1 ਇਹਨੂੰ ਕਹਾਂਗਾ ਕਿ ਮੈਂ ਬਿਹਤਰੀਨ ਕਬੂਤਰਬਾਜ਼ ਉਸ ਬੰਦੇ ਨੂੰ ਜ਼ਿਆਦਾ ਤਰਜੀਹ ਦਿੰਦਾ ਆਪਣੀ ਰਾਏ ਦੇ ਮੁਤਾਬਕ, ਜਿਹੜਾ ਬੰਦਾ ਇਸ ਕੰਮ ਨੂੰ ਸਮਝਦਾ, ਕਬੂਤਰਬਾਜ਼ੀ ਨੂੰ ਸਮਝਦਾ, ਆਪਣੇ ਘਰ ਵਿੱਚ ਅੱਛੇ ਜੋੜੇ ਬਣਾਏ, ਅੱਛਿਆਂ ਲੋਕਾਂ ਕੋਲ ਕਬੂਤਰ ਲਵੇ, ਔਰ ਉਹ ਆਪਣੇ ਘਰ 'ਚ ਅੱਛੇ ਜੋੜੇ ਤਿਆਰ ਕਰਕੇ ਘਰੋਂ ਜਿਹੜਾ ਨਾ ਆਪਣੇ ਬਰੀਡ ਜਿਹੜੀ ਘਰ ਦੀ ਤਿਆਰ ਕੀਤੀ ਹੋਈ ਹੈ ਨਾ, ਉਹਨੂੰ ਜ਼ਿਆਦਾ ਤਰਜੀਹ ਦੇਣ। ਉਹਦੇ ਬਾਅਦ ਜਿਹੜੇ ਗਿਫਟ ਆਉਂਦੇ ਨੇ ਜਾਂ ਕਿਸੇ ਕੋਲ ਮੈਂ ਕਹਿੰਦਾ ਕਿ ਅਗਰ ਤੁਸੀਂ ਕਿਸੇ ਕੋਲ ਕਬੂਤਰ ਖਰੀਦਦੇ ਹੋ ਤਾਂ ਬੜੇ ਬੜੇ ਅੱਛੇ ਕਬੂਤਰ ਨੇ ਲੋਕਾਂ ਦੇ ਕੋਲ, ਤੁਸੀਂ ਬੜੇ ਬੜੇ ਅੱਛੇ ਕਬੂਤਰ ਖਰੀਦ ਸਕਦੇ ਹੋ, ਲੋਕਾਂ ਕੋਲ ਬੱਚੇ ਬੜੇ ਅੱਛੇ ਮਿਲ ਸਕਦੇ ਨੇ, ਪੱਠੀਆਂ ਪੱਠੇ ਵੀ ਬੜੇ ਅੱਛੇ ਮਿਲ ਸਕਦੇ ਨੇ, ਜੋੜਿਆਂ ਦੇ ਕਬੂਤਰ ਬੜੇ ਅੱਛੇ ਮਿਲ ਸਕਦੇ ਨੇ। ਅਤੇ ਇਹ ਵੀ ਕਿ ਜਿਹੜੇ ਆਪਣੀ ਜ਼ਰੂਰਤ ਦੇ ਮੁਤਾਬਕ ਬਲੱਡ ਚੇਂਜ ਕਰਨਾ ਚਾਹੀਦਾ, ਔਰ ਆਪਣੇ ਕਬੂਤਰਾਂ ਦੇ ਵਿੱਚ ਦੂਸਰਾ ਬਲੱਡ ਪਾਓ ਤਾਂ ਕਿ ਤੁਹਾਡੇ ਕਬੂਤਰਾਂ ਨੂੰ ਜਿਹੜਾ ਨਾ ਉਹ ਨੁਮਾਇਆਂ ਕਰ ਕਰਕੇ ਤੁਹਾਨੂੰ ਦੇ ਸਕਣ, ਔਰ ਇੱਕ ਅੱਛਾ ਬਲੱਡ ਤੁਹਾਡੇ ਕੋਲ ਤਿਆਰ ਹੋ ਸਕੇ। ਉਸਤਾਦ ਜੀ, ਅੱਸੂ 'ਚ ਬੱਚੇ ਗਜਾਣਾ ਬਿਗੈਸਟ ਚੈਲੰਜ ਇੱਕ ਹੁੰਦਾ ਲੋਕਾਂ ਵਾਸਤੇ, ਠੀਕ ਹੈ? ਚੰਦ ਇੱਕ ਗੱਲਾਂ, ਚੰਦ ਇੱਕ ਟਿਪਸ ਕਿਵੇਂ ਬਿਹਤਰ ਸਿਖਾ ਸਕਦੇ ਨੇ ਆਪਣੇ ਬੱਚਿਆਂ ਹਰ ਛੱਤ ਦੇ ਉੱਤੇ ਬੜੇ ਬੜੇ ਨਾਮੀ ਗ੍ਰਾਮੀ ਬੱਚੇ ਨੇ, ਔਰ ਬੜੇ ਬੜੇ ਨਾਮੀ ਗ੍ਰਾਮੀ ਉਸਤਾਦ ਹੈਗੇ ਨੇ। ਉਹ ਅਗਰ ਮੈਂ ਕਹਾਂ ਕਿ ਇਸ ਤਰ੍ਹਾਂ ਉਡਾਓ ਤੇ ਉਹ ਕਹਿਣਗੇ ਯਾਰ ਨਹੀਂ ਸਾਡਾ ਇੱਕ ਆਪਣਾ ਸਟਾਈਲ ਹੈਗਾ। ਹਰ ਬੰਦੇ ਦਾ ਇੱਕ ਆਪਣਾ ਸਟਾਈਲ ਹੈ ਕਬੂਤਰਬਾਜ਼ੀ ਦਾ, ਔਰ ਉਹਨੂੰ ਉਹਦੇ ਤੇ ਆਪਣੇ ਆਪ ਤੇ ਖੁਦ ਨਜ਼ਰਸਾਨੀ ਕਰਨੀ ਚਾਹੀਦੀ। ਅਗਰ ਕੋਈ ਉਹਦੇ 'ਚ ਵੀਕ ਪੁਆਇੰਟ ਹੋਵੇ ਤਾਂ ਉਸਤਾਦਾਂ ਕੋਲੋਂ ਕੋਈ ਸਿੱਖੇ, ਨਕਲ ਕਰੇ। ਯੰਗ ਲੋਕਾਂ ਦੀ ਥੋੜੀ ਰਹਿਨਮਾਈ ਕਰੋ, ਜਿਹੜੇ ਉਸਤਾਦ ਨਹੀਂ ਨੇ ਜਾਂ ਜਿਨ੍ਹਾਂ ਦਾ ਕੋਈ ਉਸਤਾਦ ਨਹੀਂ ਹੈ ਔਰ ਉਹ ਵੀ ਮੁਕਾਬਲੇ ਖੇਡਦੇ, ਕਿਸ ਤਰ੍ਹਾਂ ਬੱਚਿਆਂ ਨੂੰ ਬਿਹਤਰ ਗਜਾ ਸਕਦੇ ਨੇ? ਦੇਖੋ ਜੀ, ਮੈਂ ਤਾਂ ਇਹ ਕਹਾਂ ਕਿ ਬੱਚਿਆਂ ਨੂੰ ਜਿਹੜਾ ਟਾਈਮ ਹੈ ਗਜਾਉਣ ਦਾ ਉਹ 11 ਵਜੇ ਸ਼ੁਰੂ ਕਰਨਾ। ਸਵੇਰ 11 ਵਜੇ? ਸਵੇਰ 11 ਵਜੇ ਬੱਚਿਆਂ ਨੂੰ ਜਿਹੜਾ ਨਾ ਉਡਾਇਆ ਜਾਏ, ਆਸਤਾ ਆਸਤਾ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾਏ। ਜਿਸ ਤਰ੍ਹਾਂ ਬੱਚੇ ਅੱਗੇ ਨਿਕਲਦੇ ਜਾਣ, ਆਪਣਾ ਟਾਈਮ ਕਰਦੇ ਜਾਣ, ਉਧਰੋਂ ਟਾਈਮ ਪਿੱਛੇ ਲੈ ਕੇ ਆਉਣਾ ਚਾਹੀਦਾ। 10 ਵਜੇ ਆ ਜਾਓ, ਅਗਰ ਕੋਈ ਬੱਚਾ 2 ਵਜੇ 3 ਵਜੇ ਤੱਕ ਜਾਂਦਾ, ਤੁਸੀਂ 9 ਵਜੇ ਤੱਕ ਆ ਜਾਓ। ਫਿਰ ਬੱਚਾ 3 4 ਵਜੇ ਤੱਕ ਜਾਂਦਾ, ਤੁਸੀਂ ਉਹਨੂੰ ਸਵੇਰ 8 ਵਜੇ ਲੈ ਆਓ, 6 ਵਜੇ ਲੈ ਆਓ, 5 ਵਜੇ ਲੈ ਆਓ। ਇਸ ਤਰ੍ਹਾਂ ਜਿਹੜਾ ਨਾ ਆਸਤਾ ਆਸਤਾ ਇੱਕ ਤਰਤੀਬ ਦਿਓ ਤੇ ਬੜਾ ਅੱਛਾ ਨਾਮੀ ਗ੍ਰਾਮੀ ਮੁਕਾਬਲਾ ਹੋ ਸਕਦਾ, ਔਰ ਬੜੀ ਅੱਛੀਆਂ ਖੇਡਾਂ ਤਿਆਰ ਹੋ ਸਕਦੀਆਂ। ਬੱਚੇ ਮੈਂ ਉਸਤਾਦ ਜੀ 100 ਬੱਚਾ ਪਾਇਆ ਛੱਤ ਦੇ ਉੱਤੇ, ਫਰਜ਼ ਕਰ ਲਓ ਮੈਂ ਚਾਹੁੰਦਾ ਕਿ ਇਹਦੇ ਵਿੱਚੋਂ ਮੇਰੇ ਮੈਕਸੀਮਮ ਮੈਨੂੰ ਉੱਡ ਕੇ ਵਹਾਣ, ਥੋੜਾ ਜਾਂ ਬਹੁਤਾ ਜ਼ਾਇਆ ਘੱਟ ਹੋਣ, ਉਹਦੇ ਲਈ ਮੈਂ ਕੀ ਕਰਾਂ? ਉਹਦੇ ਵਾਸਤੇ ਇਹ ਵੇ ਕਿ ਜਿਸ ਵਕਤ ਤੁਸੀਂ ਬੱਚੇ ਉਡਾਉਂਦੇ ਹੋ ਤੇ ਉਹ ਕਬੂਤਰਬਾਜ਼ ਨੂੰ ਇੰਨੀ ਸੈਂਸ ਹੋਣੀ ਚਾਹੀਦੀ ਹੈ ਕਿ ਮੇਰੇ ਬੱਚੇ ਜਿਹੜੇ ਨੇ ਉਹ ਬੱਚਿਆਂ ਦੇ ਵਿੱਚੋਂ ਨਿਕਲ ਕੇ ਤੇ ਕਿੰਨੇ ਉੱਤੇ ਜਾ ਰਹੇ ਨੇ, ਕਿੰਨੇ ਦਰਮਿਆਨ 'ਚ ਰਹਿ ਰਹੇ ਨੇ, ਕਿੰਨੇ ਖੱਜਲ ਖਰਾਬ ਹੁੰਦੇ ਰਹੇ। ਜਿਹੜੇ ਖੱਜਲ ਖਰਾਬ ਹੁੰਦੇ ਨੇ ਨਹੀਂ, ਜਿਹੜੇ ਥੱਲੇ ਰਹਿ ਗਏ ਨੇ ਉਹਨਾਂ ਨੂੰ ਸਾਈਡ 'ਤੇ ਕਰ ਲਓ, ਜਿਹੜੇ ਦਰਮਿਆਨ 'ਚ ਜਾਂਦੇ ਨੇ ਜਾਂ ਉੱਪਰ ਬੁਲੰਦੀ ਮਾਰਦੇ ਨੇ ਉਹਨਾਂ ਨੂੰ ਇੱਕ ਸਾਈਡ 'ਤੇ ਕਰ ਲਓ। ਇੱਕ ਦਿਨ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਨੂੰ ਉਡਾਇਆ ਜਾਏ, ਇੱਕ ਦਿਨ ਜਿਹੜੇ ਉੱਪਰ ਜਾਂਦੇ ਨੇ ਉਹਨਾਂ ਨੂੰ ਉਡਾਇਆ ਜਾਏ। ਇੱਕ ਤਾਂ ਉਹਨਾਂ ਨੂੰ ਇੱਕ ਦਿਨ ਦਾ ਗੈਪ ਮਿਲ ਜਾਏਗਾ, ਦੂਸਰਾ ਉਹਨਾਂ ਨੂੰ ਜਿਹੜਾ ਨਾ
ਛਾਂਟ ਹੁੰਦੀ ਜਾਏਗੀ ਤੁਹਾਡੀ ਕਿ ਜਿੰਨੇ ਪਿੱਛੋਂ ਨਿਕਲਦੇ ਨੇ ਅੱਛੇ ਬੱਚੇ ਉਹਨਾਂ ਨੂੰ ਅੱਗੇ ਲੈ ਕੇ ਜਾਓ, ਔਰ ਜਿਹੜਾ ਉੱਪਰ ਅਗਲਾ ਗਰੁੱਪ ਹੈ ਉਹਨੂੰ ਚਲਾਉਂਦੇ ਜਾਓ, ਉਹਦੇ 'ਚ ਜਿਹੜਾ ਮਾੜਾ ਹੋਏ ਉਹਨੂੰ ਪਿੱਛੇ ਪਾਉਂਦੇ ਜਾਓ, ਉਹਨੂੰ ਖਾਰਜ ਕਰਦੇ ਜਾਓ, ਔਰ ਜਿਹੜੇ ਅੱਛੇ ਪਿੱਛੋਂ ਬੈਕਅਪ ਤੁਹਾਨੂੰ ਮਿਲਦਾ ਅੱਛਾ ਬੱਚਿਆਂ ਦਾ ਉਹਨਾਂ ਨੂੰ ਅੱਗੇ ਲੈ ਕੇ ਜਾਓ। ਤੇ ਅੱਲਾ ਦੀ ਮਿਹਰਬਾਨੀ ਨਾਲ ਬੜੇ ਅੱਛੇ ਬੱਚੇ ਤਿਆਰ ਹੋ ਸਕਦੇ ਨੇ, ਬੜੀ ਅੱਛੀ ਗੇਮ ਤਿਆਰ ਹੋ ਸਕਦੀ ਹੈ। ਔਰ ਮੈਂ ਤਾਂ ਇਹੀ ਕਹਾਂਗਾ ਕਿ ਆਪਣੇ ਉਸਤਾਦਾਂ ਦੀ ਰਿਸਪੈਕਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਮੈਂ ਦੇਖਿਆ ਕਿ ਥੋੜ੍ਹਾ ਜਿਹਾ ਫਰਕ ਆਇਆ ਆਪਣੇ ਉਸਤਾਦਾਂ ਦੀ ਰਿਸਪੈਕਟ ਦੇ ਵਿੱਚ, ਲੇਕਿਨ ਇਹ ਵੀ ਕਿ ਉਸਤਾਦ ਦੀ ਰਿਸਪੈਕਟ ਜਿਹੜੀ ਬਹੁਤ ਜ਼ਰੂਰੀ ਹੈ। ਉਸਤਾਦਾਂ ਕੋਲ ਬਹੁਤ ਕੁਝ ਮਿਲਦਾ ਹੈ ਮੁਸ਼ਕਲ ਟਾਈਮ ਦੇ ਉੱਤੇ, ਉਸਤਾਦਾਂ ਦੀ ਇੱਜ਼ਤ ਕੀਤੀ ਜਾਏ, ਉਹਨਾਂ ਨਾਲ ਪਿਆਰ ਕੀਤਾ ਜਾਏ, ਔਰ ਉਹਨਾਂ ਦੇ ਗੋਡੇ ਛੋਟੇ ਪੁੱਟ ਕੇ ਉਹਨਾਂ ਕੋਲ ਅੱਛੀਆਂ ਚੀਜ਼ਾਂ ਲਈਆਂ ਜਾਣ। ਹਾਲੀ ਉਸਤਾਦਾਂ ਦਾ ਹੀ ਕੰਮ ਨਹੀਂ ਕਿ ਸ਼ਾਗਿਰਦਾਂ ਨੂੰ ਕੋਈ ਦੇਣਾ, ਸ਼ਾਗਿਰਦਾਂ ਦਾ ਵੀ ਕੰਮ ਹੈ ਕਿ ਆਪਣੀ ਅੱਛੀ ਬੋਲੀ ਔਰ ਆਪਣੇ ਅੱਛੇ ਹਾਲਾਤ ਨਾਲ, ਆਪਣੇ ਅੱਛੇ ਕਿਰਦਾਰ ਦੇ ਨਾਲ ਉਸਤਾਦਾਂ ਦੀ ਖਿਦਮਤ ਕਰਕੇ ਉਹਨਾਂ ਕੋਲ ਕੁਝ ਹਾਸਲ ਕਰਨ। लो जी दोस्तों, बहुत ही अच्छी वीडियो और बहुत अच्छा टॉपिक, बहुत अच्छी गुफ्तगू हुई है। उम्मीद है कि तुहाडा कुछ फ़ायदा होएगा इस वीडियो च। अगर होया होए तो मैनू ते उस्तादां नूं दुआवां च याद रखियो। मिलने आ एक नवीं वीडियो च। ਮਿਹਰਬਾਨੀ। किन्ने मिनट दी है?